सतनाम श्री वाहिगुरु साहिब जीओ। श्लोक काम क्रोध अर लोभ मोह बिन सुजाए अहम में नानक प्रभु शरणागति कर प्रसाद गुरुदेव। परम सम्मान योग गुरु रूप गुरु खालसा साध संगत जी वाहिगुरु जी का खालसा वाहिगुरु जी की फतेह। ਧੰਨ श्री गुरु अमरदास साहिब जी महाराज जी दे ਅੱਜ ਆਪਾਂ ਅਧਿਆਏ 59ਵੇਂ ਦੇ ਦਰਸ਼ਨ ਕਰਨ ਲੱਗੇ ਹਾਂ ਜੀ। ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਜੋਗੀ ਦੇ ਗੁਰੂ ਸਾਹਿਬ ਕੋਲ ਚੱਲ ਕੇ ਆਇਆ ਸੀ ਅਤੇ ਉਸਨੇ ਗੁਰੂ ਸਾਹਿਬ ਨੂੰ ਆਨੰਦ ਪ੍ਰਾਪਤ ਕਰਨ ਵਾਸਤੇ ਬੇਨਤੀ ਕੀਤੀ ਸੀ, ਜਿਸ ਤੋਂ ਬਾਅਦ ਗੁਰੂ ਸਾਹਿਬ ਨੇ ਉਸਨੂੰ ਉਸਦਾ ਆਪਣਾ ਸਰੀਰ ਛੱਡ ਕੇ ਹੋਰ ਸਰੀਰ ਧਾਰਨ ਕਰਨ ਵਾਸਤੇ ਕਿਹਾ ਸੀ ਤੇ ਫਿਰ ਉਸਨੂੰ ਆਪਣੇ ਪਾਸ ਬੁਲਾਇਆ ਸੀ। ਉਹ ਜੋਗੀ ਵਾਸ਼ਨਾ ਧਾਰ ਕੇ ਦੂਜੇ ਜਨਮ ਵਿੱਚ ਗੁਰੂ ਜੀ ਦੀ ਕੁਲ ਵਿੱਚ ਪੈਦਾ ਹੋਇਆ। ਗੁਰੂ ਜੀ ਦਾ ਆਗਿਆਕਾਰੀ ਹੋ ਕੇ ਆਪਣੀ ਇੱਛਾ ਲੈ ਕੇ ਪ੍ਰਗਟ ਹੋਇਆ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ 2 ਸੁਪੁੱਤਰ ਪੈਦਾ ਹੋਏ ਸਨ। ਉਹ ਇੰਨੇ ਸ਼ੁਭ ਸਨ ਮਾਨੋ ਚੰਦ ਹੋਣ। ਵੱਡੇ ਦਾ ਨਾਂ ਮੋਹਨ ਜੀ ਸੀ, ਜਿਹੜੇ ਵੱਡੇ ਵੈਰਾਗਮਾਨ ਅਤੇ ਨਿਸ਼ਕਾਮ ਸਨ। ਉਹ ਗਿਆਨ ਦੇ ਆਨੰਦ ਵਿੱਚ ਸਦਾ ਲੀਨ ਰਹਿੰਦੇ ਸਨ। ਉਹਨਾਂ ਦੇ ਹਿਰਦੇ ਵਿੱਚ ਲੇਸ਼ ਮਾਤਰ ਵੀ ਵਿਕਾਰ ਨਹੀਂ ਸੀ। ਵੱਡੇ ਅਵਧੂਤ ਸਨ ਤੇ ਸਦਾ ਇਕੱਲੇ ਰਹਿੰਦੇ ਸਨ। ਕਿਸੇ ਦੀ ਗੱਲ ਸੁਣਦੇ ਨਹੀਂ ਸਨ ਅਤੇ ਨਾ ਆਪ ਕਿਸੇ ਨੂੰ ਮੁਖ ਨਾਲ ਕੁਝ ਕਹਿੰਦੇ ਸਨ। ਮੌਨ ਧਾਰ ਕੇ ਸਥਿਰ ਰਹਿੰਦੇ ਸਨ। ਸਭ ਗੁਣਾਂ ਦੇ ਸਮੂਹ ਦੇ ਮਾਨੋ ਉਹ ਮੰਦਰ ਸਨ। ਉਹਨਾਂ ਦਾ ਕਦੀ ਵੀ ਪਰਾਈ ਬਿਰਤੀ ਵਿੱਚ ਚਿੱਤ ਨਹੀਂ ਸੀ ਜਾਂਦਾ। ਸਦਾ ਹੀ ਸ਼ਾਂਤ ਰਸ ਦਾ ਸਵਾਦ ਗ੍ਰਹਿਣ ਕਰਦੇ ਸਨ। ਦੂਸਰੇ ਸੁਪੁੱਤਰ ਦਾ ਨਾਂ ਮੋਹਰੀ ਜੀ ਸੀ, ਜਿਹੜੇ ਬੜੇ ਚਤੁਰ ਸਨ। ਜਗਤ ਦੇ ਕਾਰੋਬਾਰ ਵਿੱਚ ਉਹ ਬੜੇ ਬੁੱਧੀਮਾਨ ਸਨ। ਇਹਨਾਂ ਦਾ ਜਿਹੜਾ ਪਹਿਲਾ ਸੁਪੁੱਤਰ ਪੈਦਾ ਹੋਇਆ, ਉਹਨਾਂ ਦਾ ਨਾਂ ਅਰਥਮਲ ਰੱਖਿਆ। ਪਰਮ ਭਗਤੀ ਦੇ ਗੁਣਾਂ ਦੇ ਸਮੂਹ ਨੂੰ ਪ੍ਰੇਮ ਕਰਨ ਵਾਲੇ ਸੀ। ਜਿਹੜੇ ਵੱਡੇ ਭਾਗਾਂ ਵਾਲੇ ਗੁਰੂ ਜੀ ਦੇ ਕੁਲ ਵਿੱਚ ਪੈਦਾ ਹੋਏ, ਉਸ ਦੇ ਪਿੱਛੋਂ ਜਿਹੜਾ ਗੁਰੂ ਜੀ ਦੇ ਪਾਸ ਜੋਗੀ ਆਇਆ ਸੀ, ਉਹ ਬਹੁਤ ਪ੍ਰਸੰਨ ਹੋ ਕੇ ਪੈਦਾ ਹੋਇਆ। ਉਸਨੇ ਪਿਛਲੇ ਜਨਮ ਵਿੱਚ ਬਹੁਤ ਸਾਲ ਜੋਗ ਤਪ ਕੀਤਾ ਸੀ। ਉਹ ਗੁਰੂ ਜੀ ਦੇ ਘਰ ਪੋਤਰਾ ਰੂਪ ਹੋ ਕੇ ਵਿਸ਼ਾਲ ਸ਼ਰਧਾ ਧਾਰਨ ਕਰਕੇ ਪੈਦਾ ਹੋਇਆ। ਗਿਆਨ ਪ੍ਰਾਪਤ ਕਰਕੇ ਉਸ ਆਨੰਦ ਪ੍ਰਾਪਤ ਕੀਤਾ। ਗਿਆਨ ਆਨੰਦ ਦੀ ਪ੍ਰਾਪਤੀ ਲਈ ਜੋ ਵਾਸ਼ਨਾ ਹੈ, ਉਹ ਭਲੀ ਤੇ ਮੁਕਤੀ ਦਾਤਾ ਹੈ। ਅੰਤਰਜਾਮੀ ਗੁਰੂ ਜੀ ਸਭ ਕੁਝ ਜਾਣ ਗਏ ਜਦ ਉਹਨਾਂ ਆਪਣੇ ਕੰਨਾਂ ਨਾਲ ਪੋਤਰੇ ਦੇ ਜਨਮ ਬਾਰੇ ਸੁਣਿਆ ਤਾਂ ਭਾਈ ਬੱਲੂ ਜੀ ਨੂੰ ਆਗਿਆ ਕੀਤੀ, ਜੋ ਮੋਹਰੀ ਜੀ ਦੇ ਘਰ ਪੁੱਤਰ ਪੈਦਾ ਹੋਇਆ ਹੈ, ਉਸ ਨੂੰ ਮੇਰੇ ਪਾਸ ਲਿਆਵੋ, ਜਿਹੜਾ ਆਨੰਦ ਦੀ ਇੱਛਾ ਧਾਰ ਕੇ ਪੈਦਾ ਹੋਇਆ ਹੈ। ਇਹ ਸੁਣ ਕੇ ਸੇਵਕ ਉਸ ਥਾਂ ਗਏ ਜਿਵੇਂ ਗੁਰੂ ਜੀ ਨੇ ਫਰਮਾਇਆ ਸੀ। ਮੋਹਰੀ ਜੀ ਦੇ ਪਰਿਵਾਰ ਨੂੰ ਦੱਸਿਆ। ਗੁਰੂ ਜੀ ਦੀ ਆਗਿਆ ਨੂੰ ਕੌਣ ਮੋੜ ਸਕਦਾ ਸੀ। ਤੁਰੰਤ ਥੋੜਾ ਸਮਾਂ ਪਹਿਲਾਂ ਜਨਮੇ ਕੋਮਲ ਬਾਲ ਨੂੰ ਰੂਈ ਸਹਿਤ ਵਸਤਰਾਂ ਨਾਲ ਲਪੇਟ ਦਿੱਤਾ। ਭਾਈ ਬੱਲੂ ਨੇ ਉਸ ਨੂੰ ਚੁੱਕ ਕੇ ਆਪਣੇ ਹੱਥਾਂ ਤੇ ਰੱਖ ਲਿਆ। ਹੌਲੀ ਹੌਲੀ ਸਤਿਗੁਰੂ ਜੀ ਪਾਸ ਲਿਆਇਆ। ਇਹ ਬੜਾ ਵਡਭਾਗੀ ਹੈ, ਸਾਰਿਆਂ ਨੇ ਮਨ ਵਿੱਚ ਜਾਣਿਆ। ਸਤਿਗੁਰੂ ਜੀ ਨੇ ਪੋਤਰੇ ਨੂੰ ਆਪਣੀ ਗੋਦੀ ਵਿੱਚ ਚੁੱਕ ਲਿਆ। ਸਾਰੇ ਪਰਿਵਾਰ ਨੇ ਬੜੀ ਖੁਸ਼ੀ ਮਨਾਈ। ਭਗਵੰਤ ਗੁਰੂ ਜੀ ਭਾਈ ਬੱਲੂ ਜੀ ਨੂੰ ਕਹਿਣ ਲੱਗੇ, ਇਹ ਵੱਡੇ ਸ਼ੁਭ ਸੰਤ ਨੇ ਅਵਤਾਰ ਧਾਰਨ ਕੀਤਾ ਹੈ। ਇਸ ਦੇ ਹਿਰਦੇ ਵਿੱਚ ਆਨੰਦ ਦੀ ਇੱਛਾ ਹੈ। ਇਸ ਨੇ ਸਾਡੀ ਕੁਲ ਵਿੱਚ ਜਨਮ ਲਿਆ ਹੈ। ਇਸ ਦਾ ਨਾਂ ਆਨੰਦ ਰੱਖੋ। ਇਹ ਮਹਾਪੁਰਖ ਹੋਵੇਗਾ ਅਤੇ ਸਾਰੇ ਗੁਣ ਗ੍ਰਹਿਣ ਕਰੇਗਾ। ਅਸੀਂ ਵੀ ਇਸ ਨੂੰ ਸੁੰਦਰ ਬਾਣੀ ਉਚਾਰਨ ਕਰਕੇ ਗੁਣਾਂ ਦਾ ਘਰ ਰੂਪੀ ਨਜ਼ਰਾਨਾ ਦੇਵਾਂਗੇ। ਉਸ ਬਾਣੀ ਦਾ ਨਾਂ ਵੀ ਆਨੰਦ ਰੱਖਾਂਗੇ। ਉਹ ਬਾਣੀ ਮਨੋਕਾਮਨਾ ਦੇਣ ਵਾਲੀ ਹੋਵੇਗੀ, ਜਿਸ ਦਾ ਅਸੀਂ ਉਚਾਰਨ ਕਰਾਂਗੇ। ਇਸ ਤਰ੍ਹਾਂ ਭਾਈ ਬੱਲੂ ਜੀ ਨੂੰ ਕਹਿ ਕੇ ਗੁਰੂ ਜੀ ਬੜੇ ਉਤਸ਼ਾਹ ਨਾਲ ਬਾਣੀ ਉਚਾਰਨ ਲੱਗੇ। ਚਿੱਤ ਵਿੱਚ ਬੜਾ ਮੋਹ ਧਾਰਨ ਕਰਕੇ ਪੋਤਰੇ ਨੂੰ ਗੋਦੀ ਵਿੱਚ ਚੁੱਕਿਆ ਸੀ ਅਤੇ ਬਾਣੀ ਦਾ ਉਚਾਰਨ ਕਰ ਰਹੇ ਸਨ। ਉਹਨਾਂ 38 ਪੌੜੀਆਂ ਦਾ ਆਪਣੇ ਪੋਤਰੇ ਨੂੰ ਸਮਰਪਣ ਕਰਕੇ ਉਚਾਰਨ ਕੀਤਾ। ਜਿਵੇਂ ਪੋਤਰੇ ਦਾ ਨਾਂ ਆਨੰਦ ਰੱਖਿਆ ਸੀ, ਉਸ ਤਰ੍ਹਾਂ ਬਾਣੀ ਦਾ ਨਾਂ ਵੀ ਆਨੰਦ ਰੱਖਿਆ। ਬਾਣੀ ਦਾ ਨਾਮ ਆਨੰਦ ਰੱਖ ਕੇ ਗੁਰੂ ਜੀ ਵੀ ਆਨੰਦਿਤ ਹੋ ਗਏ। ਫਿਰ ਭਾਈ ਬੱਲੂ ਜੀ ਨੂੰ ਬਾਲਕ ਫੜਾ ਦਿੱਤਾ। ਉਹ
उसनू तुरंत चुक के घर लै गया। बालक दी माता नू बच्चा फड़ा दिता। ਉਹ ਆਪਣੇ ਪੁੱਤਰ ਨੂੰ ਵੇਖ ਕੇ ਬਹੁਤ ਪ੍ਰਸੰਨ ਹੋਈ। ਜਦ ਭਾਈ ਬੱਲੂ ਜੀ ਦੁਬਾਰਾ ਗੁਰੂ ਜੀ ਦੇ ਪਾਸ ਆਏ ਤਾਂ ਗੁਰੂ ਜੀ ਨੇ ਆਨੰਦ ਮੰਗਲ ਪੈਦਾ ਕਰਨ ਵਾਲੇ ਬਚਨ ਦਾ ਉਚਾਰਨ ਕੀਤਾ। ਹੇ ਭਾਈ ਬੱਲੂ, ਹੁਣ ਢੋਲਕੀ ਆਪਣੇ ਹੱਥ ਵਿੱਚ ਲੈ ਲਵੋ। ਕੋਠੇ ਉੱਤੇ ਚੜ੍ਹ ਕੇ ਚੰਗੀ ਸੁਰ ਦੇ ਨਾਲ ਢੋਲਕੀ ਵਜਾਉਂਦੇ ਹੋਏ ਆਨੰਦ ਦੀ ਬਾਣੀ ਦਾ ਗਾਇਨ ਕਰੋ। ਬਹੁਤ ਲੋਕਾਂ ਨੂੰ ਸੁਣਾ ਕੇ ਉਹਨਾਂ ਨੂੰ ਖੁਸ਼ ਕਰੋ। ਇਹ ਬਾਣੀ ਸੁੰਦਰ ਗੁਣਾਂ ਨਾਲ ਭਰੀ ਹੈ। ਜਿਹੜਾ ਵੀ ਇਸ ਬਾਣੀ ਨੂੰ ਸੁਣੇਗਾ ਉਹ ਜੋ ਕਾਮਨਾ ਵੀ ਧਾਰੇਗਾ ਸੋ ਪਾਏਗਾ। ਨਿਤ ਇਸ ਨੂੰ ਪੜਨ ਦਾ ਨੇਮ ਪੂਰਾ ਕਰੇ। ਕੋਈ ਵੀ ਵਸਤੂ ਉਸ ਵਾਸਤੇ ਅਲੱਭ ਨਹੀਂ ਹੋਵੇਗੀ। ਜੋ ਚਾਹੇਗਾ ਸੋ ਪਾਵੇਗਾ। ਭਗਤੀ ਮੁਕਤੀ ਦਾ ਇਹ ਫਲ ਦੇਣ ਵਾਲੀ ਹੈ। ਸਾਰੇ ਪਦਾਰਥ ਸਹਿਜ ਸੁਭਾਏ ਪ੍ਰਾਪਤ ਕਰ ਲਵੇਗਾ। ਸਿੱਖਾਂ ਦੇ ਕਲਿਆਣ ਵਾਸਤੇ ਇਸ ਦੀ ਰਚਨਾ ਕੀਤੀ ਹੈ। ਪੜ੍ਹ ਸੁਣ ਕੇ ਉਹ ਮਹਾਨ ਸੁਖ ਪ੍ਰਾਪਤ ਕਰਨਗੇ। ਸਭ ਕਾਰਜਾਂ ਨੂੰ ਸਿੱਧ ਕਰੇਗੀ। ਜਿਹੜਾ ਵੀ ਇਸ ਨੂੰ ਪ੍ਰੇਮ ਨਾਲ ਧਾਰਨ ਕਰੇਗਾ ਸਭ ਖੁਸ਼ੀਆਂ ਦੇ ਮੌਕੇ ਤੇ ਇਸ ਨੂੰ ਪੜ੍ਹਨ ਨਾਲ ਕਾਰਜ ਨਿਰਵਿਘਨ ਪੂਰੇ ਹੋਣਗੇ। ਗੁਰੂ ਜੀ ਦੀ ਆਗਿਆ ਪਾ ਕੇ ਸੇਵਕ ਭਾਈ ਬੱਲੂ ਆਪਣੇ ਪਾਸ ਢੋਲਕੀ ਲੈ ਕੇ ਤੁਰੰਤ ਕੋਠੇ ਤੇ ਚੜ੍ਹ ਗਿਆ ਅਤੇ ਉੱਤਮ ਧੁਨੀ ਵਿੱਚ ਢੋਲਕੀ ਵਜਾਉਣ ਲੱਗਾ। 38 ਪੌੜੀਆਂ ਦਾ ਉਸ ਗਾਇਨ ਕੀਤਾ ਅਤੇ ਬੜੀ ਉੱਚੀ ਆਵਾਜ਼ ਵਿੱਚ ਬਾਣੀ ਲੋਕਾਂ ਨੂੰ ਸੁਣਾਈ। ਜਿਨ੍ਹਾਂ ਵੀ ਆਪਣੇ ਕੰਨਾਂ ਨਾਲ ਸੁਣਿਆ ਉਹਨਾਂ ਦੇ ਹਿਰਦਿਆਂ ਵਿੱਚ ਭਗਤੀ ਪ੍ਰਗਟ ਹੋ ਗਈ। ਆਨੰਦ ਦੇਣ ਵਾਲੀ ਸ਼ੁਭ ਬਾਣੀ ਦੀ ਰਚਨਾ ਕੀਤੀ ਜਿਹੜੀ ਭਗਤੀ ਵੈਰਾਗ ਅਤੇ ਗਿਆਨ ਨਾਲ ਭਰੀ ਹੋਈ ਸੀ। ਜਦ ਚੌਥੇ ਪਾਤਸ਼ਾਹ ਹੋਏ ਤਾਂ ਇੱਕ ਪੌੜੀ ਦੀ ਰਚਨਾ ਉਹਨਾਂ ਨੇ ਕੀਤੀ। ਇੱਕ ਪੌੜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਰਚ ਕੇ ਨਾਲ ਜੋੜੀ। ਆਨੰਦ ਦਾ ਮਹਾਤਮ 40 ਪੌੜੀਆਂ ਪੜ੍ਹ ਕੇ ਹੀ ਪ੍ਰਾਪਤ ਹੁੰਦਾ ਹੈ। ਜਿਹੜੇ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਅੰਮ੍ਰਿਤ ਵੇਲੇ ਕਰਦੇ ਹਨ ਉਹਨਾਂ ਦਾ ਮੁਕਤੀ ਦਾਤੇ ਗੋਬਿੰਦ ਨਾਲ ਮੇਲ ਹੁੰਦਾ ਹੈ। ਜਦ ਕਾਫੀ ਸਮਾਂ ਬੀਤ ਗਿਆ ਤਾਂ ਫਿਰ ਗੁਰੂ ਜੀ ਦੇ ਤੀਸਰੇ ਪੋਤਰੇ ਨੇ ਜਨਮ ਲਿਆ। ਉਸ ਦਾ ਨਾਂ ਅਰਜਾਨੀ ਰੱਖਿਆ। ਉਹ ਪਿਛਲੇ ਜਨਮ ਵਿੱਚ ਸਤਿਗੁਰਾਂ ਦਾ ਵੱਡਾ ਭਗਤ ਸੀ। ਖੂਨ ਰਹਿਤ ਸੀ, ਇਸ ਲਈ ਮਰਿਆ ਹੋਇਆ ਪੈਦਾ ਹੋਇਆ। ਜਨਨੀ ਨੇ ਬਹੁਤ ਦੁੱਖ ਮਨਾਇਆ। ਉਸ ਨੂੰ ਲੈ ਕੇ ਗੁਰੂ ਪਾਸ ਪਹੁੰਚ ਗਈ। ਜਨਨੀ ਨੂੰ ਰੋਂਦੀ ਵੇਖ ਕੇ ਗੁਰੂ ਜੀ ਨੇ ਉਸ ਨੂੰ ਆਪਣਾ ਚਰਨ ਛੁਹਾਇਆ। ਉਸੇ ਵੇਲੇ ਜੀਵਤ ਹੋ ਗਿਆ। ਮਾਂ ਇਹ ਵੇਖ ਕੇ ਪ੍ਰਸੰਨ ਹੋ ਗਈ। ਜਦ ਕਾਫੀ ਸਮਾਂ ਘਰ ਵਿੱਚ ਬਤੀਤ ਕੀਤਾ ਤਾਂ ਬਾਲਕ ਫਿਰ ਮਰ ਗਿਆ। ਜਦ ਮਾਂ ਨੇ ਵੇਖਿਆ ਦੁੱਖ ਨਾਲ ਆਤਰ ਹੋ ਕੇ ਗੁਰੂ ਜੀ ਪਾਸ ਆਈ। ਨਿਮਾਣੀ ਹੋ ਕੇ ਰੋਂਦੀ ਹੋਈ ਨੇ ਬੇਨਤੀ ਕੀਤੀ, ਹਜ਼ਾਰਾਂ ਲੋਕਾਂ ਦੀ ਸਹਾਇਤਾ ਕਰਦੇ ਹੋ। ਤੁਸੀਂ ਸਹਿਜ ਸੁਭਾਏ ਜਗਤ ਦੇ ਗੁਰੂ ਹੋ। ਇਸ ਕਰਕੇ ਮੇਰੇ ਤੇ ਆਪਣੀ ਕਿਰਪਾ ਕਰੋ। ਮੇਰੇ ਮਰੇ ਹੋਏ ਪੁੱਤਰ ਨੂੰ ਜੀਵਤ ਕਰੋ। ਨਿਮਾਣੀ ਨੂੰਹ ਦੇ ਜਦ ਬੋਲ ਸੁਣੇ ਤਾਂ ਉਹਨਾਂ ਦੇ ਸੁੰਦਰ ਨੈਣ ਕਿਰਪਾ ਨਾਲ ਭਰ ਗਏ। ਬਾਲਕ ਨੂੰ ਤੁਰੰਤ ਫਿਰ ਜੀਵਿਤ ਕਰ ਦਿੱਤਾ। ਉਸ ਦਾ ਨਾਂ ਅਰਜਾਨੀ ਰੱਖ ਦਿੱਤਾ। ਗੁਰੂ ਜੀ ਦੇ 3 ਪੋਤਰੇ ਸਨ ਜਿਹੜੇ ਬਾਬਾ ਮੋਹਰੀ ਦੇ ਪੁੱਤਰ ਸਨ। ਉਹ ਜੱਗ ਵਿੱਚ ਬਹੁਤ ਮਸ਼ਹੂਰ ਹੋਏ। ਦਿਨ ਬ ਦਿਨ ਸਾਡੀ ਕੁਲ ਵਧੇਗੀ। ਗੁਰੂ ਜੀ ਨੇ ਇਹ ਵਰ ਦਿੱਤਾ ਜਿਸ ਨੂੰ ਸੁਣ ਕੇ ਘਰ ਵਾਲੇ ਬਹੁਤ ਪ੍ਰਸੰਨ ਹੋਏ। ਬਾਬੇ ਮੋਹਰੀ ਜੀ ਦੀ ਇਸ ਤਰ੍ਹਾਂ ਸੰਤਾਨ ਹੋਈ। ਬਾਬੇ ਮੋਹਨ ਜੀ ਦੀ ਵੀ ਕਥਾ ਸੁਣੋ ਜਿਵੇਂ ਹੋਈ। ਸਰੀਰ ਦੀ ਸੋਝੀ ਪੱਖੋਂ ਵੱਡੇ ਤਿਆਗੀ ਸਨ। ਸਤਿਗੁਰੂ ਜੀ ਦੇ ਇਹ ਸੁਪੁੱਤਰ ਪੂਰਨ ਪੁਰਖ ਸਨ। ਵਾਦਾ ਘਾਟਾ ਕੁਛ ਨਹੀਂ ਸਮਝਦੇ ਸਨ ਤੇ ਖੁਸ਼ੀ ਗਮੀ ਵੀ ਉਹਨਾਂ ਵਾਸਤੇ ਇੱਕ ਸਮਾਨ ਸੀ। ਅੰਤਰਮੁਖੀ ਰਸ ਦੇ ਮਨ ਨੂੰ ਖਿੱਚੇ ਹੋਏ ਸਨ। ਇੱਕ ਦਿਨ ਗੁਰੂ ਜੀ ਨੇ ਆਪਣੇ ਸੁਪੁੱਤਰ ਮੋਹਨ ਜੀ ਨੂੰ ਵੇਖ ਕੇ ਸਹਿਜ ਸੁਭਾਏ ਬਚਨ ਕੀਤੇ, ਆਓ ਪੁੱਤਰ ਮੋਹਨ ਮਸਤਾਨੇ, ਤੁਸੀਂ ਸਦਾ ਹੀ ਸਹਿਜ ਸਰੂਪ ਵਿੱਚ ਗਲਤਾਨ ਰਹਿੰਦੇ ਹੋ। ਉਸ ਦਿਨ ਤੋਂ ਬਾਬੇ ਮੋਹਨ ਜੀ ਸੋਝੀ ਰਹਿਤ ਹੋ ਗਏ। ਸਰੀਰ ਦੀ ਸੋਝੀ ਅਤੇ ਦ્વੈਤ ਭਾਵਨਾ ਦਾ ਨਾਸ਼ ਹੋ ਗਿਆ। ਸਰੀਰ ਦੇ ਹੁੰਦਿਆਂ ਵੀ ਆਪਣੇ ਸਰੀਰ ਨੂੰ ਜਾਣਦੇ ਨਹੀਂ ਸਨ। ਮਹਾਨ ਆਤਮਾ ਆਨੰਦ ਸਮਾਨ ਹੋ ਗਈ। ਆਪਣੀ ਕੋਠੜੀ ਵਿੱਚ ਇਕੱਲੇ ਬੈਠੇ ਰਹਿੰਦੇ ਸਨ। ਮਨ ਨੂੰ ਇੰਦਰੀਆਂ ਦੇ ਨਾਲ ਇਕੱਠਾ ਕੀਤਾ ਹੋਇਆ ਸੀ। ਕਮਰੇ ਦੇ ਦਰਵਾਜ਼ੇ ਬੰਦ ਕੀਤੇ ਹੋਏ ਸਨ ਤੇ ਬਾਹਰ ਨਿਕਲ ਕੇ ਕਿਸੇ ਨਾਲ ਵੀ ਬੋਲਦੇ ਸੁਣਦੇ ਨਹੀਂ ਸਨ। ਇੱਕ ਦਿਨ ਦਰਵਾਜ਼ੇ ਬੰਦ ਹੀ ਰਹੇ। ਬਾਬਾ ਜੀ ਬਾਹਰ ਨਿਕਲ ਕੇ ਮਨ ਪ੍ਰਸੰਨ ਕਰਨ ਵਾਸਤੇ ਗਏ। ਗੁਰੂ ਜੀ ਨੇ ਆਗਿਆ ਕਰਕੇ ਸਿੱਖਾਂ ਨੂੰ ਬੁਲਾਇਆ ਅਤੇ ਕਿਹਾ, ਮੋਹਨ ਜੀ ਨੂੰ ਲੱਭ ਕੇ ਅੰਦਰ ਬਿਠਾ ਦੇਵੋ। ਸਿੱਖ ਉਹਨਾਂ ਨੂੰ ਜਿੱਥੇ ਕਿੱਥੇ ਲੱਭਦੇ ਰਹੇ ਪਰ ਬਾਬਾ ਜੀ ਐਸੇ ਅਲੋਪ ਹੋਏ ਕਿ ਸਿੱਖਾਂ ਨੂੰ ਕਿਤੇ ਵੀ ਨਾ ਮਿਲੇ। ਕਾਫੀ ਸਮੇਂ ਦੇ ਬਾਅਦ
ਬਾਬਾ ਜੀ ਫਿਰ ਆਪਣੇ ਕਮਰੇ ਵਿੱਚ ਪ੍ਰਗਟ ਹੋ ਗਏ ਅਤੇ ਸਾਰੇ ਸਿੱਖਾਂ ਨੇ ਉਹਨਾਂ ਨੂੰ ਵੇਖਿਆ। ਕਦੀ ਉਹ ਦੂਸਰਿਆਂ ਨੂੰ ਦਿਸਣੋਂ ਹਟ ਜਾਂਦੇ ਸਨ, ਕਦੀ ਫਿਰ ਪ੍ਰਗਟ ਹੋ ਜਾਂਦੇ ਸਨ ਤੇ ਮਨੁੱਖਾਂ ਨੂੰ ਦਿਸਣ ਲੱਗ ਪੈਂਦੇ ਸਨ। ਕਦੀ ਬੈਠੇ ਸਿਰ ਨੰਗਾ ਰੱਖਦੇ ਸਨ ਅਤੇ ਮਸਤਾਨਿਆਂ ਵਾਂਗ ਵਿਹਾਰ ਕਰਦੇ ਸਨ। ਭੋਜਨ ਦੋਵਾਂ ਹੱਥਾਂ ਨਾਲ ਛਕਦੇ ਸਨ, ਕਦੀ ਬਿਲਕੁਲ ਚੁੱਪ ਰਹਿੰਦੇ ਸਨ ਅਤੇ ਕਦੀ ਉੱਚੀ ਉੱਚੀ ਬੋਲਦੇ ਸਨ। ਆਪਣੇ ਸੁਪੁੱਤਰ ਦੀ ਅਜਿਹੀ ਦਸ਼ਾ ਵੇਖ ਬਾਬਾ ਮੋਹਨ ਜੀ ਦੀ ਮਾਤਾ ਜੀ ਆਨੰਦ ਦਾਤੇ ਗੁਰੂ ਜੀ ਪਾਸ ਆਏ। ਮਨ ਦੀਨ ਕਰਕੇ ਬੇਨਤੀ ਸਹਿਤ ਬਚਨ ਕਹੇ, ਤੁਸੀਂ ਜਿਸ ਵੱਲ ਵੀ ਆਪਣੀ ਦ੍ਰਿਸ਼ਟੀ ਕਰਦੇ ਹੋ ਤਾਂ ਕਮਲੇ ਵੀ ਸਿਆਣੇ ਹੋ ਜਾਂਦੇ ਹਨ। ਮੁਰਦਿਆਂ ਨੂੰ ਵੀ ਤੁਸੀਂ ਤੁਰੰਤ ਜਿਉਂਦਾ ਕਰ ਦਿੰਦੇ ਹੋ ਅਤੇ ਸਿੱਖ ਸੰਗਤ ਦੇ ਸਾਰੇ ਕਾਰਜ ਸਿੱਧ ਕਰਦੇ ਹੋ। ਆਪ ਜੀ ਦਾ ਵੱਡਾ ਸੁਪੁੱਤਰ ਸ੍ਰੇਸ਼ਟ ਬੁੱਧੀਮਾਨ ਸੀ। ਮੋਹਨ ਹੁਣ ਮਸਤਾਨਾ ਕਿਵੇਂ ਹੋ ਗਿਆ ਹੈ? ਜੇ ਤੁਸੀਂ ਮਨ ਵਿੱਚ ਇਸ ਤਰ੍ਹਾਂ ਜਾਣਦੇ ਸੀ ਤਾਂ ਇਸ ਦਾ ਫਿਰ ਵਿਆਹ ਕਿਉਂ ਕੀਤਾ? ਵੱਡੀ ਨੂੰ ਪਤੀ ਬਗੈਰ ਦੀਨ ਅਤੇ ਦੁਖੀ ਹੋ ਕੇ ਬੁਰੇ ਹਾਲੀ ਰਹਿ ਰਹੀ ਹੈ। ਮੈਂ ਪਾਸ ਜਾ ਕੇ ਵੇਖ ਕੇ ਪਛਤਾਉਂਦੀ ਹਾਂ। ਲਾਜਵਾਸ ਹੋ ਕੇ ਉਹ ਕੁਝ ਕਹਿੰਦੀ ਨਹੀਂ ਹੈ, ਕਦੀ ਵੀ ਪ੍ਰਸੰਨ ਨਹੀਂ ਹੁੰਦੀ। ਹੋਰ ਇਸਤਰੀਆਂ ਨੂੰ ਵੇਖ ਕੇ ਮਨ ਵਿੱਚ ਸੁਖੀ ਨਹੀਂ ਹੁੰਦੀ। ਸੰਤਾਨਹੀਨ ਵੱਡੀ ਵਿਯੋਗਣ ਹੈ। ਸ਼ੋਕਵਾਨ ਹੋਣ ਕਰਕੇ ਗਹਿਣੇ ਕੱਪੜੇ ਵੀ ਨਹੀਂ ਚਾਹੁੰਦੀ ਹੈ। ਉਸਦੇ ਦੁਖੀ ਹੋਣ ਕਰਕੇ ਮੇਰਾ ਮਨ ਵੀ ਬੜਾ ਦੁਖੀ ਰਹਿੰਦਾ ਹੈ। ਜਦ ਮੈਂ ਉਸਨੂੰ ਡਾਢੀ ਅਨਾਥਾਂ ਵਰਗੀ ਵੇਖਦੀ ਹਾਂ। ਇਹ ਸੁਣ ਕੇ ਗੁਰੂ ਜੀ ਬਹੁਤ ਬੜੇ ਪ੍ਰਸੰਨ ਹੋਏ। ਮੋਹਨ ਮਹਾ ਆਨੰਦ ਨਾਲ ਮਿਲੇ ਹੋਏ ਹਨ। ਮੋਹਨ ਤੇ ਮੇਰੇ ਵਿੱਚ ਕੋਈ ਭੇਦ ਨਹੀਂ, ਅਸੀਂ ਦੋਵੇਂ ਇੱਕ ਰੂਪ ਹਾਂ। ਉਹ ਆਨੰਦ ਵਿਵੇਕ ਦੇ ਸਮੁੰਦਰ ਵਿੱਚ ਲੀਨ ਹਨ। ਇਹ ਗੁੱਝੀ ਕਥਾ ਉਹ ਕਿਸੇ ਨੂੰ ਨਹੀਂ ਕਹਿੰਦੇ। ਮੋਹਨ ਹਰ ਪ੍ਰਕਾਰ ਨਾਲ ਪੂਰਨ ਹਨ। ਤੂੰ ਕਹਿ ਰਹੀ ਹੈ ਕਿ ਮੇਰੀ ਨੂੰਹ ਅਨਾਥ ਹੈ, ਇਸ ਲਈ ਇਹ ਕੁਝ ਉਸ ਨੂੰ ਜਾ ਕੇ ਕਹੋ। ਆਪਣੀ ਨੂੰਹ ਨੂੰ ਸੁੰਦਰ ਕੱਪੜੇ ਪਹਿਨਾਓ, ਫਿਰ ਆਪਣੇ ਨਾਲ ਲੈ ਕੇ ਮੋਹਨ ਜੀ ਦੇ ਪਾਸ ਜਾਓ। ਉਸ ਨੂੰ ਮੋਹਨ ਦੇ ਚਰਨਾਂ ਤੇ ਪਾਵੋ ਅਤੇ ਦੀਨ ਹੋ ਕੇ ਬੇਨਤੀ ਕਰੋ। ਜਦ ਮੋਹਨ ਦੀ ਦ੍ਰਿਸ਼ਟੀ ਉਸ ਉੱਤੇ ਪਵੇਗੀ ਤਦ ਉਸ ਨੂੰ ਸੁਪੁੱਤਰ ਦਾ ਵਰ ਪ੍ਰਾਪਤ ਹੋਵੇਗਾ। ਸਤਿਗੁਰੂ ਜੀ ਦੇ ਸੁਹਾਵਣੇ ਬਚਨ ਸੁਣ ਕੇ ਬਾਬੇ ਮੋਹਨ ਜੀ ਦੀ ਮਾਤਾ ਜੀ ਨੇ ਆ ਕੇ ਆਪਣੀ ਵੱਡੀ ਨੂੰਹ ਨੂੰ ਸਮਝਾਇਆ। ਫਿਰ ਉਸ ਨੂੰ ਆਪਣੇ ਨਾਲ ਲੈ ਕੇ ਬਾਬੇ ਮੋਹਨ ਜੀ ਦੇ ਪਾਸ ਗਈ। ਤਦ ਬਾਬੇ ਮੋਹਨ ਜੀ ਨੇ ਉਸ ਵੱਲ ਵੇਖ ਕੇ ਕਿਰਪਾ ਦ੍ਰਿਸ਼ਟੀ ਕੀਤੀ। ਆਪਣੇ ਪਤੀ ਨੂੰ ਬੰਧਨਾ ਕਰਕੇ ਆ ਗਈ ਅਤੇ ਉਸ ਤੋਂ ਬਾਅਦ ਗਰਭ ਧਾਰਨ ਕਰ ਲਿਆ। ਕੁਝ ਸਮੇਂ ਬਾਅਦ ਇੱਕ ਆਨੰਦਦਾਇਕ ਪੁੱਤਰ ਨੇ ਬਾਬੇ ਮੋਹਨ ਜੀ ਦੇ ਘਰ ਜਨਮ ਲਿਆ। ਗੁਰੂ ਜੀ ਨੂੰ ਆ ਕੇ ਇਹ ਖਬਰ ਸੁਣਾਈ, ਵਧਾਈ ਦੇ ਕੇ ਬਹੁਤ ਆਨੰਦ ਮੰਗਲ ਕੀਤਾ। ਸਾਰੇ ਘਰ ਵਿੱਚ ਖੁਸ਼ੀਆਂ ਮਨਾਈਆਂ ਗਈਆਂ ਤੇ ਪੋਤਰੇ ਦਾ ਨਾਮ ਸੰਸਰਾਮ ਰੱਖਿਆ ਗਿਆ। ਸੰਸਰਾਮ ਨੇ ਆਪਣੇ ਪਿਛਲੇ ਜਨਮ ਵਿੱਚ ਵੱਡੀ ਕਾਲ ਕਮਾਈ ਕੀਤੀ ਸੀ, ਜਿਸ ਨੇ ਬਹੁਤ ਤਪ ਆਦਿ ਕੀਤੇ ਸਨ। ਜਦ ਬਾਲਕ ਕੁਝ ਦਿਨਾਂ ਦਾ ਹੋਇਆ ਤਾਂ ਬੱਚੇ ਦੀ ਮਾਂ ਮਰ ਗਈ। ਉਸ ਉੱਤੇ ਕਿਰਪਾਲੂ ਗੁਰੂ ਜੀ ਨੇ ਬਹੁਤ ਕਿਰਪਾ ਕੀਤੀ। ਉਸ ਬਾਲਕ ਨੂੰ ਬੜੀ ਮਿਹਨਤ ਨਾਲ ਪਾਲਿਆ। ਉਹ ਗੁਰੂ ਜੀ ਦੇ ਸੀਤ ਪ੍ਰਸਾਦ ਦਾ ਭੋਜਨ ਕਰਕੇ ਬੜਾ ਆਨੰਦ ਲੈਂਦਾ ਸੀ। ਜਦ ਉਮਰ ਵਿੱਚ ਵੱਡਾ ਹੋਇਆ ਤਾਂ ਉਹ ਸਤਿਗੁਰੂ ਜੀ ਦੀ ਬਾਣੀ ਲਿਖਦਾ ਸੀ। ਪਹਿਲੇ ਗੁਰੂ ਜੀ ਦੀ ਜਿੰਨੀ ਬਾਣੀ ਸੀ ਅਤੇ ਜਿਹੜੀ ਬਾਣੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਅਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਕਹੀ ਸੀ, ਸਾਰੀ ਬਾਣੀ ਨੂੰ ਉਸ ਬੜਾ ਸਵਾਰ ਬਣਾ ਕੇ ਲਿਖਿਆ ਅਤੇ ਬਾਣੀ ਦੇ ਅਰਥ ਸਮਝ ਕੇ ਮਹਾਨ ਸੁਖ ਪਾਉਂਦੇ ਸੀ। ਆਪਣੇ ਦਾਦੇ ਦਾ ਸੀਤ ਪ੍ਰਸਾਦ ਖਾਣ ਕਰਕੇ ਉਹ ਵੱਡੇ ਸਿੱਧ ਬਣ ਗਏ। ਇਸ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਦੇ ਪੋਤਰਿਆਂ ਨੇ, ਜਿਹੜੇ ਸਮੂਹ ਗੁਣਾਂ ਵਿੱਚ ਭਰਪੂਰ ਸਨ, ਜਨਮ ਲਿਆ। ਜਿਹੜਾ ਵੀ ਇਸ ਕਥਾ ਨੂੰ ਸਦਾ ਦਿਲ ਲਾ ਕੇ ਸੁਣੇਗਾ ਤੇ ਪੜ੍ਹੇਗਾ, ਜੇ ਉਹ ਬਿਨਾਂ ਸੰਤਾਨ ਦੇ ਹੋਵੇਗਾ ਤਾਂ ਸੰਤਾਨ ਵਾਲਾ ਹੋ ਜਾਵੇਗਾ। ਜਿਹੜਾ ਸ੍ਰੀ ਗੁਰੂ ਅਮਰਦਾਸ ਜੀ ਦੀ ਸੁੰਦਰ ਕਥਾ ਨੂੰ ਦ੍ਰਿੜ ਕਰੇਗਾ, ਉਸ ਦੀਆਂ ਹੋਰ ਕਾਮਨਾਵਾਂ ਵੀ ਪੂਰੀਆਂ ਹੋਣਗੀਆਂ। ਇਹ ਕਥਾ ਭੁਗਤੀ ਮੁਕਤੀ ਦੀ ਵੱਡੀ ਦਾਤੀ ਹੈ। ਜਿਨ੍ਹਾਂ ਨੇ ਇਸ ਦੇ ਮਹੱਤਵ ਨੂੰ ਜਾਣ ਲਿਆ ਹੈ, ਉਹ ਫਲ ਪ੍ਰਾਪਤ ਕਰ ਲੈਣਗੇ। ਸੋ ਸਾਧ ਸੰਗਤ ਜੀ, ਇੱਥੇ ਪਹਿਲੀ ਰਾਸ ਦਾ 59ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।